ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਝ ਖਬਰਾਂ ਤੇ ਗੱਲਬਾਤ ਕਰਾਂਗੇ। ਦੇਸ਼ ਵਿਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ ਉਸ ਦੀ ਖਬਰ ਸਾਬਰ ਲਵਾਂਗੇ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਫਿਰਦੀ, ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ। ਦੁਨੀਆ ਭਰ ਦੇ ਵਿੱਚ ਜੀਕੇ ਮਨਜੀਤ ਸਿੰਘ ਦੀ ਜਿਹੜੀ ਇਹ ਖਬਰ ਆ ਫੈਲੀ ਹੋਈ ਆ ਕਈ ਦਿਨਾਂ ਤੋਂ ਹੀ ਆ ਵੈਸੇ, ਕਿਉਂਕਿ ਬੋਲਬਾਣੀ ਵੀ ਇਹੋ ਜਿਹੀ ਹੈਗੀ ਆ, ਅਤੇ ਉਸ ਨੂੰ ਬਹਿਬਲ ਕਲਾਂ ਦੇ ਕਾਂਡ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਸੁਖਬੀਰ ਬਾਦਲ ਵੱਲੋਂ। ਦੇਖੋ ਜੀ, ਐਕਚੁਅਲੀ ਇਹ ਕਿੱਥੇ ਜਿਹੜਾ ਵੀ ਇਹਦਾ ਲਿੰਕ ਜੁੜਦਾ ਇਹ ਤਾਂ ਨਹੀਂ ਪਤਾ, ਪਰ ਕੁਛ ਨੇਤਾ ਹੁੰਦੇ ਆ ਜੀ ਜਿਹੜੇ ਉਹ ਬਸ ਕੈਂਪੇਨ ਦੇ ਵਿੱਚ ਯਕੀਨ ਰੱਖਦੇ ਆ ਕਿ ਬੋਲ ਦਿਓ, ਚੌਰਸ ਰੇੜ ਦਿਓ, ਹੋ ਸਕਦਾ ਰਿੜਦੀ ਰਿੜੀ ਜਾਵੇ। ਤੋ ਇਸ ਤਰੀਕੇ ਦੇ ਨਾਲ ਇਹ ਕਿਹਾ ਗਿਆ ਕਿ ਇੱਕ ਤਾਂ ਇਹਦੇ ਪਿੱਛੇ ISI ਦਾ ਜਿਹੜਾ ਜੀ ਉਹ ਹੱਥ ਹੈ। ਤੇ ਦੂਜਾ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਬਹਿਬਲ ਕਲਾਂ ਦੇ ਵਿੱਚ ਬੈਠੇ ਆ ਮੁਤਵਾਜੀ ਜਥੇਦਾਰ, ਉਹਨਾਂ ਦਾ ਹੱਥ ਇਹਦੇ ਪਿੱਛੇ ਜਿਹੜਾ ਜੀ ਉਹ ਜੀਕੇ ਸਿੰਘ ਦੇ ਉੱਤੇ ਹਮਲੇ 'ਚ ਹੈ। ਹੁਣ ਸਵਾਲ ਥੋੜ੍ਹੇ ਜਿਹੇ ਜਿਹੜੇ ਉੱਠਦੇ ਆ ਕਿ ਜੀਕੇ ਸਿੰਘ ਹੋਰਾਂ ਨੇ ਜੋ ਕੁਛ ਜਿਹੜਾ ਜੀ ਉਹ ਕਿਹਾ ਪਿਛਲੇ ਦਿਨਾਂ ਦੇ ਵਿੱਚ, ਜਦੋਂ ਉਹਨਾਂ ਦੇ ਉੱਤੇ ਪਹਿਲਾ ਅਟੈਕ ਜਿਹੜਾ ਜੀ ਹੋਇਆ ਸੀ, ਉਦੋਂ ਬਾਅਦ ਇੱਥੋਂ ਦਾ ਜਿਹੜਾ ਚੈਨਲ ਇਹਨਾਂ ਦਾ ਅਕਾਲੀ ਦਲ ਦਾ ਹੀ ਹੈ ਜੀ, ਉਹਦੇ ਉੱਤੇ ਜੋ ਕੁਛ ਜਿਹੜਾ ਜੀ ਉਹ ਬੋਲਿਆ, ਉਹਨੂੰ ਤੁਸੀਂ ਕਿਵੇਂ ਜਸਟੀਫਾਈ ਜਿਹੜਾ ਜੀ ਉਹ ਕਰੋਗੇ, ਜਿਹਦੇ ਵਿੱਚ ਉਹ ਕਹਿੰਦੇ ਆ ਇੱਕ ਤਾਂ ਇਹ ਜਿਹੜੇ ਬਾਹਰ ਬੈਠੇ ਆ ਜੀ, ਇਹ ਬੇਅੰਤ ਸਿੰਘ ਦੇ ਧੱਕੇ ਹੋਏ ਆ, ਉੱਥੋਂ ਕੱਢੇ ਹੋਏ ਆ, ਇਹ ਪੋਲੀਟੀਕਲ ਅਸਾਈਲਮ ਲੈਣ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਨੇ ਰਾਜਸੀ ਸ਼ਰਨ ਵਿਦੇਸ਼ਾਂ ਦੇ ਵਿੱਚ ਲੈ ਲਈ ਹੋਈ ਆ, ਇਹ ISI ਦੇ ਏਜੰਟ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹਨੇ ਜਿਹੜੀਆਂ ਜੀ ਉਹ ਬੋਲੀਆਂ, ਕਿਤੇ ਨਾ ਕਿਤੇ ਇਹਦਾ ਰਿਐਕਸ਼ਨ ਤੁਸੀਂ ਜਿਹੜਾ ਜੀ ਉਹ ਕਹਿ ਸਕਦੇ ਹੋ। ਬੇਸ਼ੱਕ ਇਹ ਜਿਹੜੀ ਹਿੰਸਾ ਹੈ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਜਿਹੜਾ ਜੀ ਉਹ ਠਹਿਰਾਇਆ ਜਾ ਸਕਦਾ ਕਿ ਹਿੰਸਾ ਦੇ ਤਰੀਕੇ ਨਾਲ ਵਿਰੋਧ ਕੀਤਾ ਜਾਵੇ। ਇਹ ਅਹਿੰਸਕ ਵਿਰੋਧ ਵੀ ਜਿਹੜਾ ਉਹ ਹੋ ਸਕਦਾ ਸੀਗਾ, ਪਰ ਬੋਲਣ ਲੱਗਿਆ ਜਿਹੜਾ ਜੀ ਉਹ ਲੀਡਰਸ਼ਿਪ ਨੂੰ ਵੀ ਜਿਹੜਾ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ। ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਬੈਠੇ ਹੋਵੋ, ਮਹਿਜ਼ ਕੁਛ ਧਿਰਾਂ ਦੀ ਜਿਹੜੀ ਹੈ ਚਾਪਲੂਸੀ ਕਰਨ ਦੇ ਚੱਕਰ ਦੇ ਵਿੱਚ, ਉਹਨਾਂ ਦੀਆਂ ਨਿਗਾਹ ਦੇ ਵਿੱਚ ਆਉਣ ਦੇ ਚੱਕਰ ਦੇ ਵਿੱਚ ਤੁਸੀਂ ਉਹ ਕੁਛ ਬੋਲ ਜਾਂਦੇ ਹੋ ਜਿਹੜਾ ਐਕਸਪੈਕਟਡ ਨਹੀਂ ਹੁੰਦਾ। ਇਹ ਜਿਹੜਾ ਬੋਲਿਆ ਗਿਆ, ਇਹ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ OSD ਰਹੇ ਜਿਹੜੇ ਜੀ ਉਹ ਪਹਿਲੇ ਅਟੈਕ ਤੋਂ ਬਾਅਦ ਉਹ ਜਾਂਦੇ ਨੇ ਵਿਦੇਸ਼ ਦੇ ਵਿੱਚ, ਕਰਨਦੀਪ ਬਰਾੜ ਹੋਰੀ ਜਿਹੜੇ ਇਸ ਹਮਲੇ ਦਾ ਉਹ ਵੀ ਸ਼ਿਕਾਰ ਹੋਏ। ਕੀ ਕਾਰਨ ਸੀਗਾ ਕਿ ਉਹਨਾਂ ਨੂੰ ਇੱਥੋਂ ਜਿਹੜਾ ਭੇਜਿਆ ਗਿਆ ਕਿ ਉਹ NRI ਵਿੰਗ ਦੇ ਇੰਚਾਰਜ ਨੇ, ਉਹ ਜੀਕੇ ਹੋਰਾਂ ਦੀ ਸੁਰੱਖਿਆ ਜਿਹੜੀ ਦੀ ਉਹ ਕਰਨਗੇ, ਜਾਂ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਪਿੱਛੇ ਸਿਆਸੀ ਕੋਈ ਨਾ ਕੋਈ ਕਾਰਨ ਵੀ ਜਿਹੜੇ ਆ ਉਹ ਹੋ ਸਕਦੇ ਆ। ਇਹ ਖਬਰ ਜਿਹੜੀ ਹੈ ਜੀ ਉਹ ਵੱਡੀ ਬਣ ਕੇ ਆ ਸਕਦੀ ਹੈ, ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਇੱਕ ਚੀਜ਼ ਜਿਹੜੀ ਹੈ ਜੀ ਉਹ ਤੱਕ ਲਈ ਹੋਈ ਹੈ ਪਿਛਲੇ ਸਮੇਂ ਤੋਂ, ਕਿ ਜਦੋਂ ਇੱਕ ਖਬਰ ਨੂੰ ਛੋਟਿਆਂ ਕਰਨਾ ਹੋਵੇ ਤੇ ਉਹਦੇ ਸਾਹਮਣੇ ਇੱਕ ਵੱਡੀ ਖਬਰ ਜਿਹੜੀ ਹੈ ਜੀ ਉਹ ਪ੍ਰੋਜੈਕਟ ਕਰ ਦਿਓ, ਉਦੋਂ ਬਾਅਦ ਜਿਹੜਾ ਜੀ ਉਹ ਜਿਹੜੀ ਪਹਿਲੀ ਖਬਰ ਹੈ ਉਹ ਦਮ ਤੋੜ ਦੇਊਗੀ। ਅਸਲ ਦੇ ਵਿੱਚ ਪੰਜਾਬ ਸਮੱਸਿਆ ਜਿਹੜੀ ਪਿਛਲੇ 50 ਸਾਲਾਂ ਦੇ ਵਿੱਚ ਜਿਹੜੀ ਜੀ ਉਹ ਸਾਹਮਣੇ ਆਈ, ਇਹ ਇਸੇ ਚੀਜ਼ ਦੇ ਵਿੱਚੋਂ ਜਿਹੜੀ ਜੀ ਉਹ ਨਿਕਲੀ ਹੋਈ ਸੀਗੀ। ਸੋ ਇਹ ਜਿਹੜਾ ਧਿਆਨ ਡਾਈਵਰਟ ਕਰਨ ਦੇ ਵਾਸਤੇ ਅਜਿਹੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਸਮੁੱਚੀ ਦੁਨੀਆ ਭਰ ਦੇ ਵਿੱਚ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਖਬਰਾਂ ਨੂੰ ਸੁਣਦੇ ਨੇ, ਚਾਹੇ ਰੇਡੀਓ ਰਾਹੀਂ, ਚਾਹੇ ਉਹ YouTube ਦੇ ਰਾਹੀਂ, WhatsApp ਦੇ ਰਾਹੀਂ। ਇੱਕ ਜਿਹੜਾ ਜੀ ਉਹਨਾਂ ਸਭ ਨੂੰ ਸੁਚੇਤ ਹੋਣ ਦੀ ਇਸ ਪੱਖੋਂ ਜ਼ਰੂਰਤ ਹੈ ਕਿ ਧਿਆਨ ਡਾਈਵਰਟ ਜਿਹੜਾ ਜੀ ਉਹ ਨਾ ਹੋਣ ਦੇਣਾ। ਜਿਹੜੀਆਂ ਅਹਿਮ ਸਮੱਸਿਆਵਾਂ ਨੇ ਉੱਧਰੋਂ ਧਿਆਨ ਡਾਈਵਰਟ ਕਰਨ ਦੀ ਜਿਹੜੀ ਹੈ ਜੀ ਇਹ ਕੋਸ਼ਿਸ਼ ਹੈ। ਪੰਜਾਬ ਨੂੰ ਅੱਜ ਜਿਹੜੀ ਹੈ ਜੀ ਜ਼ਰੂਰਤ ਇਸ ਚੀਜ਼ ਦੀ ਹੈ ਕਿ ਉਹਦੀਆਂ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉੱਧਰ ਧਿਆਨ ਜਿਹੜਾ ਜੀ ਉਹ ਰਹੇ। ਔਰ ਖਾਸ ਤੌਰ ਦੇ ਉੱਤੇ ਆਹ ਜਿਹੜੇ 2 ਦਿਨ ਨੇ ਇਹ ਬਹੁਤ ਜ਼ਿਆਦਾ ਅਹਿਮ ਜਿਹੜੇ ਆ ਜੀ ਉਹ ਕਹੇ ਜਾ ਸਕਦੇ ਆ। ਅੱਜ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਰਿਹਾ, ਰਿਪੋਰਟ ਜਿਹੜੀ ਫਲੋਰ ਦੇ ਉੱਤੇ ਆਊਗੀ ਤੇ ਭਲਕੇ ਇਹਦੇ ਉੱਤੇ ਡਿਬੇਟ
ਜਿਹੜੀ ਹੈ ਜੀ ਉਹ ਹੋਊਗੀ। ਬਿਲਕੁਲ ਜੀ, ਬਹੁਤੇ ਸਾਰੇ ਲੋਕ ਇਸ ਚੀਜ਼ ਤੇ ਹੀ ਸ਼ੱਕ ਕਰਦੇ ਆ। ਨਾਲੇ ਇਹਨਾਂ ਦੇ ਬੇਤੁਕੇ ਬਿਆਨ, ਚੰਦੂ ਮਾਜਰਾ ਕੁਛ ਕਹਿੰਦਾ ਆ, ਸੁਖਬੀਰ ਬਾਦਲ ਕੁਛ ਕਹਿੰਦਾ ਆ, ਇਹਨਾਂ ਨੂੰ ਸਮਝ ਨਹੀਂ ਲੱਗਦੀ, ਪਰ ਧਿਆਨ ਡਿਵਰਟ ਕਰਨ ਦੀਆਂ ਪੂਰੀਆਂ ਤਿਆਰੀਆਂ ਆ। ਤੇ ਅੱਗੇ ਆਪਾਂ ਬੇਅਦਬੀ ਦੇ ਜੇ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਕਮਿਸ਼ਨ ਦੀ ਰਿਪੋਰਟ ਆਈ ਆ, ਤੇ ਸਿਆਸੀ ਮਾਹੌਲ ਕਿਸ ਤਰ੍ਹਾਂ ਹਜੇ? ਸਿਆਸੀ ਮਾਹੌਲ ਇਸ ਵੇਲੇ ਸਿਖਰ ਤੇ ਹੈ ਜੀ। ਚੁਫੇਰੇ ਜਿਹੜਾ ਜੀ ਉਹ ਚਰਚਾ ਹੈ, ਸਿਆਸੀ ਪਾਰਟੀਆਂ ਜਿਹੜੀਆਂ ਦੀ ਉਹਦਾ ਚਰਚਾ ਹੈ। ਅੱਜ ਜਿਹੜੀਆਂ ਦੀ ਇਹ ਰਿਪੋਰਟ ਪੇਸ਼ ਹੋਣਗੀਆਂ, ਜਿਵੇਂ ਮੈਂ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ 48 ਰਿਪੋਰਟ, ਇਹ 600 ਪੰਨਿਆਂ ਦੀ ਰਿਪੋਰਟ ਹੈ ਜੀ, ਡਿਟੇਲ ਦੇ ਵਿੱਚ ਜਿਹੜੀ 190 ਪੰਨਿਆਂ ਦੀ ਜਿਹੜੀ ਪਹਿਲਾਂ ਲੀਕ ਹੋ ਗਈ ਸੀ, ਤੇ ਬਾਕੀ ਔਰ ਇਹਦੇ ਨਾਲ 100 ਪੰਨੇ ਦੀ 60 ਪੰਨਿਆਂ ਦੀ, ਮਾਫ ਕਰਨਾ, ਇੱਕ ਜਿਹੜੀ ਐਕਸ਼ਨ ਟੇਕਨ ਰਿਪੋਰਟ ਹੈ 60 ਸਫ਼ਿਆਂ ਦੀ। ਇਹ ਬੜੀ ਲੰਬੀ ਚੌੜੀ ਹੈ ਜੀ, ਤੇ ਉਹਦੇ ਵਿੱਚ ਉਹਨਾਂ ਨੇ ਪੂਰੀ ਤਫਸੀਲ ਦਿੱਤੀ ਆ ਕਿ ਕਿਹੜੀ ਚੀਜ਼ ਦੇ ਉੱਤੇ ਕੀ ਐਕਸ਼ਨ ਜਿਹੜਾ ਦੀ ਉਹ ਸਰਕਾਰ ਲਵੇ। ਕਿਉਂਕਿ ਜਿਹੜਾ ਕਮਿਸ਼ਨ ਹੁੰਦਾ ਜੀ, ਉਹਨੇ ਤਾਂ ਮਹਿਜ਼ ਪੜਤਾਲ ਕਰਨੀ ਹੁੰਦੀ ਆ, ਪੜਤਾਲ ਕਰਕੇ ਉਹਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜਿਹੜਾ ਵੀ ਉਹ ਰੱਖ ਦੇਣਾ ਹੁੰਦਾ, ਤੇ ਨਾਲ ਉਹ ਦਿੰਦਾ ਦੀ ਐਕਸ਼ਨ ਟੇਕਨ ਰਿਪੋਰਟ ਕਿ ਆਹ ਇਹਦੇ ਉੱਤੇ ਕਰੋ। ਉਹਨੇ ਆਪ ਨਹੀਂ ਐਕਸ਼ਨ ਕੋਈ ਵੀ ਲੈਣਾ, ਐਕਸ਼ਨ ਲੈਣਾ ਸਰਕਾਰ ਨੇ। ਇਸ ਕਰਕੇ ਇਸ ਵੇਲੇ ਇਹ ਪੂਰਾ ਮਸਲਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਭਖਿਆ ਹੋਇਆ। ਇਸ ਰਿਪੋਰਟ ਦੇ ਉੱਤੇ ਇਹਨੂੰ ਅੱਜ ਜਿਹੜਾ ਦੀ ਰੱਖਿਆ ਜਾਊਗਾ। 600 ਪੰਨਾ ਤਾਂ ਉਹ ਹੋ ਗਿਆ, 60 ਪੰਨੇ ਹੋ ਗਏ ਜੀ ਐਕਸ਼ਨ ਟੇਕਨ ਰਿਪੋਰਟ ਦੇ, 600 ਤੇ 60 ਪੰਨੇ। ਕੱਲ ਨੂੰ ਮੰਗਲਵਾਰ ਨੂੰ ਇਹਦੀ ਬਹਿਸ ਜਿਹੜੀ ਹੈ ਜੀ ਉਹ ਹੋਊਗੀ ਵਿਧਾਨ ਸਭਾ ਦੇ ਵਿੱਚ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਦੀ ਅਕਾਲੀ ਦਲ ਨੂੰ ਛੱਡ ਕੇ ਜਿਹੜੀਆਂ ਇਹ ਕਹਿ ਚੁੱਕੀਆਂ ਹੋਈਆਂ ਨੇ ਕਿ ਇਹਦੀ ਬਹਿਸ ਜਿਹੜੀ ਹੈ ਲਾਈਵ ਬ੍ਰੌਡਕਾਸਟ ਕੀਤੀ ਜਾਵੇ ਟੀਵੀ ਦੇ ਉੱਤੇ। ਮੁੱਖ ਮੰਤਰੀ ਹੋਰਾਂ ਨੇ ਵੀ ਕਹਿ ਦਿੱਤਾ ਕਿ ਉਹ ਅਪੀਲ ਜਿਹੜੀ ਹੈ ਜੀ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਕਰਦੇ ਆ। ਵਿਧਾਨ ਸਭਾ ਦੇ ਸਪੀਕਰ ਨੇ ਫੈਸਲਾ ਲੈਣਾ ਹੁੰਦਾ ਜੀ ਅਜਿਹਾ ਕਿ ਇਹ ਰਿਪੋਰਟ ਜਿਹੜੀ ਹੈ ਜੀ ਉਹ ਆਵੇ ਟੀਵੀ ਦੇ ਉੱਤੇ ਲਾਈਵ ਜਾਂ ਨਹੀਂ, ਕਿਹਦੇ ਉੱਤੇ ਆਵੇ, ਇਹ ਜਿਹੜਾ ਜੀ ਉਹਨਾਂ ਨੇ ਲੈਣਾ ਹੁੰਦਾ ਫੈਸਲਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ, ਵੱਡੀ ਉਮੀਦ ਹੈ ਕਿ ਇਹ ਲਾਈਵ ਜਿਹੜੀ ਹੈ ਜੀ ਆਊਗੀ, ਦੂਰਦਰਸ਼ਨ ਦੇ ਉੱਤੇ ਲਾਈਵ ਆ ਸਕਦੀ ਹੈ। ਪ੍ਰਾਈਵੇਟ ਚੈਨਲਾਂ ਨੂੰ ਫੀਡ ਜਿਹੜੀ ਹੈ ਜੀ ਉਹ ਮਿਲਦੀ ਹੈ ਜਾਂ ਉਹ ਦੂਰਦਰਸ਼ਨ ਤੋਂ ਪਿਕ ਕਰਦੇ ਆ, ਇਹ ਜਿਹੜਾ ਜੀ ਉਹ ਦੇਖਿਆ ਜਾਊਗਾ। ਇਸ ਵੇਲੇ ਰਾਜਸੀ ਮਾਹੌਲ ਜਿਹੜਾ ਜੀ ਉਹ ਪੂਰੇ ਤਰੀਕੇ ਦੇ ਨਾਲ ਗਰਮਾਇਆ ਹੋਇਆ। ਜਿਹੜੇ HS ਫੂਲਕਾ ਸਾਹਿਬ ਨੇ, ਉਹਨਾਂ ਨੇ ਇੱਕ ਜਿਹੜਾ ਜੀ ਲਿਆਉਣ ਦੀ ਕੋਸ਼ਿਸ਼ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਦੀ ਉਹ ਕਰਨੀ ਹੈ ਕਿ ਜਿਹੜਾ ਵੀ MLA ਕਿਸੇ ਵੀ ਪਾਰਟੀ ਦਾ ਵਾਕਆਊਟ ਕਰੇ ਜਾਂ ਉਹ ਜਿਹੜਾ ਦੀ ਗਲਤ ਨਾਅਰੇਬਾਜ਼ੀ ਕਰਕੇ ਖਲਲ ਪਾਉਣ ਦੀ ਕੋਸ਼ਿਸ਼ ਕਰੇ, ਨਿਕਲ ਜਾਵੇ ਵਿਧਾਨ ਸਭਾ ਦੇ ਵਿੱਚੋਂ, ਉਹਨੂੰ 2022 ਤੱਕ ਸਸਪੈਂਡ ਕਰ ਦਿਓ। ਇਹ ਉਮੀਦ ਹੈ ਜੀ ਕਿ ਉਹ ਲੈ ਕੇ ਅੱਜ ਜਿਹੜਾ ਦੀ ਇਹ ਆਉਣਗੇ, ਔਰ ਇਹ ਬਹੁਤ ਵਧੀਆ ਹੈ ਜੇ ਉਹ ਇਹ ਜਿਹੜਾ ਦੀ ਲੈ ਆਉਂਦੇ, ਕਿਉਂਕਿ ਇਹ ਸੁਣਨੀ ਬਣਦੀ ਹੈ। ਕੋਸ਼ਿਸ਼ ਜਿਹੜੀ ਹੈ ਜੀ ਉਹ ਇੱਕ ਪਾਰਟੀ ਦੀ ਇਹ ਆ ਕਿ ਰੌਲਾ ਰੱਪਾ ਜਿਹੜਾ ਦੀ ਉਹ ਪਾ ਦਿੱਤਾ ਜਾਵੇ, ਰੌਲਾ ਰੱਪਾ ਪਾ ਕੇ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਜੀ ਉਹ ਠੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਇਹ ਕਾਰਵਾਈ ਚੱਲੇ ਨਾ। ਹੁਣ ਇੱਕ ਤਾਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸਰਕਾਰ ਦੇ ਸਿਰ ਦੇ ਉੱਤੇ ਆ। ਸਰਕਾਰ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਿਹੜੇ ਜੀ ਉਹ ਅਗਵਾਈ ਕਰਨਗੇ ਇਸ ਸਬ ਕਾਸੇ ਦੀ। ਮਨਪ੍ਰੀਤ ਸਿੰਘ ਬਾਦਲ, ਕਿੱਕੀ ਢਿੱਲੋਂ ਇਹਦੇ ਨਾਲ ਗਿੱਦੜ ਬਾਹਾ ਤੋਂ ਜਿਹੜੇ ਹੈ ਨੇ ਜੀ MLA, ਆਪਣੇ ਰਾਜਾ ਅਮਰਿੰਦਰ ਜਿਹੜੇ ਜੀ ਉਹ, ਤੇ ਉਹਨਾਂ ਦੇ ਨਾਲ ਕੁਝ ਹੋਰ ਜਿਹੜੇ ਜੀ ਉਹ ਲਾਏ ਗਏ ਆ ਜਿਹੜੇ ਕਿ ਉਹਨਾਂ ਦੀ ਬੈਕਅਪ ਕਰਨਗੇ ਇਸ ਸਬ ਕਾਸੇ ਦੀ। ਜੇ 7 ਘੰਟੇ ਦਾ ਸਮਾਂ ਮਿਲੂਗਾ ਜੀ ਕਾਂਗਰਸ ਨੂੰ, ਸੱਤਾਧਾਰੀ ਧਿਰ ਨੂੰ, 3 ਘੰਟੇ ਦਾ ਸਮਾਂ ਮਿਲੂਗਾ ਆਮ ਆਦਮੀ ਪਾਰਟੀ ਨੂੰ, 2 ਘੰਟੇ ਦਾ ਸਮਾਂ ਹੈ ਅਕਾਲੀ ਦਲ ਦੇ ਕੋਲੇ, 20 ਮਿੰਟ ਮਿਲੇ ਨੇ ਜੀ ਬੈਂਸ ਬ੍ਰਦਰ ਨੂੰ, ਕਿਉਂਕਿ ਜਿਹੜੀ ਪਾਰਟੀ ਜਿੰਨੇ ਉਹਦੇ ਮੈਂਬਰ ਉਸ ਹਿਸਾਬ ਦੇ ਨਾਲ ਸਮਾਂ ਜਿਹੜਾ ਜੀ ਹੁੰਦਾ। ਇਹ ਬਹੁਤੀਆਂ ਨਿਗਾਹਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਦੇ ਉੱਤੇ ਵੀ ਰਹਿਣਗੀਆਂ। ਕਿੰਨਾ ਹੋਮਵਰਕ ਜਿਹੜਾ ਜੀ ਉਹ ਕਰਕੇ ਜਾਂਦੇ ਆ, 3 ਘੰਟਿਆਂ ਨੂੰ ਉਹ ਯੂਟੀਲਾਈਜ਼ ਕਿਵੇਂ ਕਰਦੇ ਆ। ਜਿਹੜੇ ਜਿਸ ਤਰੀਕੇ ਦੇ ਨਾਲ ਇਹਨਾਂ ਪਿਛਲੇ ਦਿਨਾਂ ਤੋਂ ਇਹਨਾਂ ਦਾ ਵਾਦ-ਵਿਵਾਦ ਪਾਰਟੀ ਦੇ ਵਿੱਚ, ਪਾਰਟੀ ਦੁਫਾੜ ਹੋਈ ਪਈ ਆ, ਜੇ ਉਹੀ ਕੁਝ ਜਿਹੜਾ ਜੀ ਉਹ ਚੱਲਦਾ ਤਾਂ ਬਿਨਾਂ ਕਿਸੇ ਸ਼ੱਕ ਦੇ, ਜਿਹੜੀ ਗੱਲ ਆਪਾਂ ਬਾਰ-ਬਾਰ ਪਿਛਲੇ ਸਮੇਂ ਤੋਂ ਕਹਿੰਦੇ ਆ ਕਿ ਜੇ ਇਹਦੇ ਉੱਤੇ ਐਕਸ਼ਨ ਨਾ ਹੋਇਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਰਕਾਰ ਰੜਕੂਗੀ ਬਿਨਾਂ ਕਿਸੇ ਸ਼ੱਕ ਦੇ। ਜੇ ਆਪਣਾ ਵਿਰੋਧੀ ਧਿਰ ਵਾਲਾ ਰੋਲ ਵਿਰੋਧੀ ਧਿਰ ਨਾ ਨਿਭਾ ਸਕੀ ਤੇ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧੀ ਧਿਰ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਰੜਕੂਗੀ। ਇਸ ਕਰਕੇ ਇਹ ਬਹੁਤ ਅਹਿਮ ਦਿਨ ਨੇ ਜੀ, 2 ਦਿਨ, ਜਿਹਨੇ ਨਾ ਸਿਰਫ ਜਿਹੜੀਆਂ ਘਟਨਾਵਾਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਉਹਨਾਂ ਦੇ ਸੰਬੰਧੀ ਜਿਹੜਾ ਜੀ ਸਾਹਮਣੇ ਲਿਆਉਣਾ, ਜੋ ਕੁਝ ਵੀ ਹੋਇਆ, ਕਿਹੜੇ ਲੋਕ ਇਹਦੇ ਪਿੱਛੇ ਸੀਗੇ, ਉਹਦੇ ਨਾਲ
ਇਹਨੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਇੱਕ ਬਹੁਤ ਵੱਡਾ ਆਪਣਾ ਅਸਰ ਜਿਹੜਾ ਜੀ ਉਹ ਛੱਡਣਾ ਆ। ਇਹ ਤੁਸੀਂ ਦੇਖਣਾ, ਇਹ ਰਿਪੋਰਟ ਅਜੇ ਜਿਹੜੀ ਜੀ ਉਹ ਆ ਲੈਣ ਦਿਓ, ਪਰ ਇੰਨਾ ਜ਼ਰੂਰ ਹੈ ਕਿ ਬੁਖਲਾਹਟ ਜਿਹੜੀ ਹੈ ਜੀ ਉਹ ਇਸ ਪੱਧਰ ਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਜਾਂਦੀ ਆ ਕਿ ਸਿੱਖ ਧਰਮ ਨਾਲ ਸੰਬੰਧਿਤ ਬਹੁਤ ਅਹਿਮ ਜਿਹੜਾ ਜੀ ਉਹ ਸਬਜੈਕਟ ਵਿਚਾਰਨਾ, ਤੇ ਉਹਦੇ ਵਿੱਚ ਕੀਤਾ ਕੀ ਜਾਂਦਾ ਹੈ ਕਿ ਰੱਦ ਕਰ ਦਿੱਤੀ ਜਾਂਦੀ ਹੈ ਜੀ ਇਹ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ ਜਾਂਦੀ। ਕਿਹੜੀ ਕਮਿਸ਼ਨ ਦੀ ਰਿਪੋਰਟ? ਅਜੇ ਤਾਂ ਕਮਿਸ਼ਨ ਦੀ ਰਿਪੋਰਟ ਆਈ ਹੋਈ ਨਹੀਂ, ਉਸ ਤੋਂ ਪਹਿਲਾਂ ਹੀ ਜਿਹੜੀ ਜੀ ਉਹ ਰੱਦ ਕਰਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਕਾਚਜੂ ਕਮਿਸ਼ਨ, ਇਹਨਾਂ ਦੀ ਆਈ ਹੋਈ ਰਿਪੋਰਟ ਦੇ ਉੱਤੇ ਚੁੱਪ ਹੈ ਕਿ ਇਹ ਰਿਪੋਰਟ ਦਾ ਜਿਹੜਾ ਵੀ ਉਹ ਕੀ ਬਣਿਆ। ਸੁਪਰੀਮ ਕੋਰਟ ਦੇ ਜੱਜ ਤੋਂ ਉਦੋਂ ਵੀ ਜਾਂਚ ਕਰਵਾਈ ਜਾ ਸਕਦੀ, ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਉਦੋਂ ਵੀ ਜਾਂਚ ਕਰਵਾਈ ਜਾ ਸਕਦੀ ਸੀ, ਨਹੀਂ ਕਰਵਾਈ ਗਈ। ਸੋ ਇਹ ਬੜੇ ਅਹਿਮ ਦਿਨ ਨੇ ਜੀ। ਇਸ ਕਰਕੇ ਪਹਿਲਾਂ ਵੀ ਜਿਵੇਂ ਕਿਹਾ ਕਿ ਧਿਆਨ ਜਿਹੜਾ ਜੀ ਉਹ ਆਪਣਾ ਡਾਈਵਰਟ ਨਾ ਕਰਨਾ, ਕਿ ਇਹ ਧਿਆਨ ਜਿਹੜਾ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕਰਨਗੇ। ਕੇਂਦਰਿਤ ਰਹਿਣਾ ਚਾਹੀਦਾ ਇਸ ਚੀਜ਼ ਉੱਤੇ ਕਿ ਚਿਹਰੇ ਨੰਗੇ ਹੋਣੇ ਚਾਹੀਦੇ ਆ। ਔਰ ਸੈਕੰਡ, ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਕੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵਾਪਰਨ, ਇਸ ਕਰਕੇ ਐਕਸ਼ਨ ਟੇਕਨ ਰਿਪੋਰਟ ਦੇ ਉੱਤੇ ਐਕਸ਼ਨ ਜਿਹੜਾ ਉਹ ਹੋਣਾ ਬੜਾ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਅੱਜ ਜੋ ਇਸ ਤਰ੍ਹਾਂ ਦੇ ਲੋਕ ਭੇਜੇ ਜਾਂਦੇ, ਇਸ ਤਰ੍ਹਾਂ ਦੀਆਂ ਤਾਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਆ ਬਹੁਤ ਜ਼ਰੂਰੀ ਆ। ਤੇ ਅੱਗੇ ਸੁਖਜਿੰਦਰ ਸਿੰਘ ਰੰਧਾਵਾ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਤਲਬ ਕਰਨ ਦੀ ਕੋਸ਼ਿਸ਼ ਕਦੀ ਇਹ ਕਿਹਾ ਗਿਆ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਕਿਉਂਕਿ ਉਹ ਇਸ ਵੇਲੇ ਕੇਂਦਰ ਬਿੰਦੂ ਨੇ ਜਿਹੜੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਜਿਹੜੀ ਹੈ ਜੀ ਉਹ ਬਿਆਨਬਾਜ਼ੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਕੀਤੀ ਜਾ ਰਹੀ ਹੈ, ਕਿਉਂਕਿ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਕਮਿਸ਼ਨ ਦੀ ਰਿਪੋਰਟ ਹੈ ਇਹ ਸਾਰੀ ਦੀ ਸਾਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਤਿਆਰ ਕਰਵਾਈ ਹੈ, ਤੇ ਜਿਹੜੇ ਗਵਾਹ ਸੀਗੇ ਉਹਨਾਂ ਨੇ ਜਿਹੜੇ ਜੀ ਉਹ ਤਿਆਰ ਕੀਤੇ ਆ। ਜਿਵੇਂ ਜਦੋਂ ਦਾ ਹਿੰਮਤ ਸਿੰਘ ਨੇ ਹਿੰਮਤ ਛੱਡੀ ਆ, ਉਹ ਵੀ ਸਾਰਾ ਕੁਝ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹ ਰਿਪੋਰਟ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਤਿਆਰ ਕੀਤੀ ਸੀ, ਉਹਦੇ ਵੱਲੋਂ ਸਾਈਨ ਜਿਹੜੇ ਜੀ ਉਹ ਕਰਵਾਏ ਗਏ ਸੀਗੇ। ਹੁਣ ਉਹਦੇ ਉੱਤੇ ਇਹ ਜਿਹੜੀ ਰਿਪੋਰਟ ਪੇਸ਼ ਹੋਣ ਤੋਂ ਐਨ ਪਹਿਲਾਂ ਇੱਕ ਜਿਹੜਾ ਦਿਮਾਗੀ ਤੌਰ ਦੇ ਉੱਤੇ ਉਹਦੇ ਉੱਤੇ ਦਬਾਓ ਪਾਉਣ ਦੀ ਕੋਸ਼ਿਸ਼ ਦੇ ਤਹਿਤ ਤੁਸੀਂ ਕਹਿ ਲਓ ਕਿ ਇਹ ਚੀਜ਼ ਜਿਹੜੀ ਇਹਦੀ ਕੱਢੀ ਗਈ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਦੀ ਉਹ ਤੋੜੀਆਂ ਮਰੋੜੀਆਂ, ਔਰ ਇਹ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਔਰੰਗਜ਼ੇਬ ਸਾਹਿਬ ਸੱਦ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਹੇਠ ਉਹਨਾਂ ਨੂੰ ਅਕਾਲ ਤਖਤ ਤੇ ਸੱਦਿਆ ਜਿਹੜਾ ਵੀ ਉਹ ਜਾ ਸਕਦਾ ਹੈ। ਹੁਣ ਠੇਸ ਪਹੁੰਚਾਉਣ ਵਾਲੀ ਇਹ ਜਿਹੜੀ ਜੀ ਇੱਕ ਚੀਜ਼ ਉਹ ਕਿਵੇਂ ਕੱਢ ਲਈ, ਬਾਕੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਿਵੇਂ ਗਵਾਚ ਜਾਂਦੀਆਂ ਨੇ, ਕਿਵੇਂ ਇਹਨਾਂ ਹਿਰਦਿਆਂ ਨੂੰ ਠੇਸ ਜਿਹੜੀ ਹੈ ਜੀ ਉਹ ਨਹੀਂ ਲੱਗਦੀ। ਜੋ ਕੁਝ ਗਿਣਨੀਆਂ ਹੁਣ ਘਟਨਾਵਾਂ ਤੇ ਘੰਟਾ ਚਾਹੇ ਗਿਣੀ ਚੱਲੀਏ ਤਾਂ ਵੀ ਜਿਹੜਾ ਜੀ ਉਹ ਨਹੀਂ ਮੁੱਕਣੀਆਂ। ਇਹ ਕਿਹਾ ਜਾ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਅਕਾਲ ਤਖਤ ਤੇ ਸਪਸ਼ਟੀਕਰਨ ਦੇਣ ਦੇ ਵਾਸਤੇ ਤਲਬ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਸ ਸਬੰਧ ਦੇ ਵਿੱਚ 5 ਸਿੰਘ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਛੇਤੀ ਜਿਹੜੀ ਆ ਉਹ ਮੀਟਿੰਗ ਕੀਤੀ ਜਾ ਰਹੀ ਹੈ। ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੇ ਕਿਹਾ ਜੀ ਕਿ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਬਾਣੀ ਦੀਆਂ ਤੁਕਾਂ ਤੋੜੀਆਂ ਮਰੋੜੀਆਂ ਨੇ ਤੇ ਔਰੰਗਜ਼ੇਬ ਨੂੰ ਜ਼ਫਰਨਾਮੇ ਦਾ ਲੇਖਕ ਤੇ ਔਰੰਗਜ਼ੇਬ ਸਾਹਿਬ ਸੱਦਣ ਕਰਕੇ ਸਿੱਖ ਜਗਤ ਦੇ ਵਿੱਚ ਭਾਰੀ ਰੋਸ ਹੈ। ਜਿਹੜਾ ਘੜਿਆ ਘੜਾਇਆ ਵਰਡ ਹੁੰਦਾ ਜੀ ਉਹ ਇਹ ਕਿਉਂਕਿ ਅੱਜ ਕੱਲ੍ਹ ਤਾਂ ਇਹ ਆ ਗਿਆ ਨਾ ਜੀ ਕਿ ਸਰਵੇ ਕਰ ਲਿਆ ਜਾਂਦਾ, ਇਹ ਸਰਵੇ ਕਰਨ ਦੀ ਲੋੜ ਹੀ ਨਹੀਂ ਹੁੰਦੀ। ਜਿਹੜਾ ਕਹਿੰਦੇ ਕਿ ਸਿੱਖ ਜਗਤ ਦੇ ਵਿੱਚ ਬਹੁਤ ਭਾਰੀ ਰੋਸ ਜਿਹੜਾ ਜੀ ਉਹ ਪਾਇਆ ਜਾ ਰਿਹਾ, ਕਿਹੜਾ ਸਿੱਖ ਜਗਤ, ਕਿੱਥੋਂ ਇਹ ਰੋਸ ਸੰਬੰਧੀ ਜਿਹੜੀਆਂ ਚਿੱਠੀਆਂ ਆਈਆਂ ਨੇ, ਸੁਨੇਹੇ ਆਏ ਨੇ, ਇਹਦਾ ਕੋਈ ਜਿਹੜਾ ਜੀ ਉਹ ਜ਼ਿਕਰ ਨਹੀਂ ਹੈਗਾ। ਇਹ ਆਖਿਆ ਗਿਆ ਜੀ ਕਿ ਸਿੱਖਾਂ ਦੇ ਵੱਲੋਂ ਇਸ ਸੰਬੰਧ 'ਚ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹ ਕਿਹਾ ਗਿਆ ਜੀ ਕਿ 5 ਸਿੰਘ ਸਾਹਿਬਾਨ ਦੀ ਛੇਤੀ ਇਕੱਤਰਤਾ ਸੱਦੀ ਜਾ ਰਹੀ ਹੈ ਤੇ ਮਾਮਲਾ ਜਿਹੜਾ ਜੀ ਉਹ ਵਿਚਾਰਿਆ ਜਾਊਗਾ ਤੇ ਸਪਸ਼ਟੀਕਰਨ ਦੇਣ ਲਈ ਕਾਂਗਰਸੀ ਆਗੂ ਨੂੰ ਤਲਬ ਜਿਹੜਾ ਜੀ ਉਹ ਕੀਤਾ ਜਾਊਗਾ। ਹੋ ਸਕਦਾ ਅੱਜ ਇਹ ਮੀਟਿੰਗ ਲਾ ਕੇ ਕੱਲ ਨੂੰ ਨਾ ਸੱਦ ਲਿਆ ਜਾਵੇ, ਕਿਉਂਕਿ ਬਹਿਸ ਦੀ ਜਿਹੜੀ ਕਮਾਂਡ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਸੰਭਾਲਣੀ ਹੈ। ਇਹ ਵੀ ਸੰਭਵ ਜਿਹੜਾ ਜੀ ਉਹ ਹੋ ਸਕਦਾ ਹੈ। ਇਸ ਕਰਕੇ ਇਹਨੂੰ ਨਹੀਂ ਇਸ ਜਿਹੜਾ ਜੀ ਇਹਨੂੰ ਕੱਟਿਆ ਜਾ ਸਕਦਾ ਕਿ ਇਹਦੇ ਪਿੱਛੇ ਸਿਆਸਤ ਹੈ। ਅਕਾਲ ਤਖਤ ਨੂੰ ਬਾਰ-ਬਾਰ ਜਿਹੜਾ ਜੀ ਉਹ ਵਰਤਿਆ ਜਾ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਕਾਲ ਤਖਤ ਤੇ ਇੱਕ ਚਿੱਠੀ ਜਿਹੜੀ ਜੀ ਉਹ ਲਿਖੀ ਸੀ ਕਿ ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਬਾਰੇ ਪਤਾ ਕੀਤਾ ਜਾਵੇ ਕਿ ਜਿਹੜੇ ਬਿਆਨ ਉਹਨਾਂ ਨੇ 1.5 ਘੰਟੇ ਦੀ ਜਿਹੜੀ ਇੱਕ ਵੀਡੀਓ ਰਿਕਾਰਡਿੰਗ ਵੀ ਨਾਲ ਲਾ ਕੇ ਜਿਹੜੀ ਪੈਨ ਡਰਾਈਵ ਦੇ ਵਿੱਚ ਭੇਜੀ ਸੀ ਕਿ ਇਹਨੂੰ ਸੁਣੋ। ਇਹ ਬੰਦਾ ਪਹਿਲਾਂ ਕੀ ਕਹਿੰਦਾ ਸੀਗਾ, ਅੱਜ ਉਹਨੂੰ ਅਕਾਲ ਤਖਤ ਦਾ ਹੈੱਡ ਗ੍ਰੰਥੀ ਜਿਹੜਾ ਜੀ ਉਹ ਝੂਠ ਬੋਲਣ ਕਰਕੇ ਲਾਤਾ ਜਾਂ ਕਿਸੇ ਹੋਰ ਵਜ੍ਹਾ ਕਰਕੇ ਜਿਹੜਾ ਜੀ ਉਹ ਲਾਇਆ। ਇਸ ਕਰਕੇ ਮੋੜਵਾਂ ਜਵਾਬ ਜਿਹੜਾ ਜੀ ਉਹ ਦੇ ਵਾਸਤੇ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਇਹ ਵਲਵਲੇਵਾ ਪਾਉਣ ਦੀ
ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਿੱਖ ਜਗਤ ਉਸ ਵੇਲੇ ਤਾਂ ਉਹਨਾਂ ਨੂੰ ਕੋਈ ਦੁੱਖ ਨਹੀਂ ਸੀ ਹੋਇਆ ਜਦੋਂ ਸਿਰਸੇ ਵਾਲੇ ਨੂੰ ਮਾਫ ਕੀਤਾ ਸੀ ਬਿਨਾਂ ਮਤਲਬ ਦੇ, ਬਿਨਾਂ ਉਹਦੇ ਆਏ ਤੇ ਕੋਈ ਨਹੀਂ। ਸਿੱਖ ਜਗਤ ਹੁਣ ਅੱਗੇ ਨਾਲੋਂ ਪਹਿਲਾਂ ਨਾਲੋਂ ਬਹੁਤ ਜਾਗ ਚੁੱਕਾ ਆ। ਤੇ ਅੱਗੇ ਕਪਤਾਨ ਦੀ ਕਪਤਾਨੀ ਦੀ ਜੇ ਗੱਲ ਕਰੀਏ ਤਾਂ ਪੁਲਿਸ ਨੂੰ ਨੱਥ ਨਹੀਂ ਪਾ ਸਕੇ। ਜੀ ਤਕਰੀਬਨ ਜਿਹੜਾ ਜੀ ਉਹ 1.5 ਸਾਲ ਬੀਤਣ ਦੇ ਉੱਤੇ ਜਿਹੜਾ ਦੀ ਹੈ ਇਸ ਵੇਲੇ ਦਹਾਕੇ ਦੀ ਪੰਜਾਬ ਦੇ ਵਿੱਚ ਜਿਹੜੀ ਸੱਤਾ ਤਬਦੀਲੀ ਤੋਂ ਬਾਅਦ ਪੁਲਿਸ ਦਾ ਕੰਮਕਾਰ ਜਿਹੜਾ ਜੀ ਉਹਦੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਜਿਹੜੀ ਉਹ ਨਹੀਂ ਆਈ। ਅਕਾਲੀ ਭਾਜਪਾ ਸ਼ਾਸਨ ਦੇ ਦੌਰਾਨ ਕਾਂਗਰਸ ਦੇ ਵੱਲੋਂ ਕਾਨੂੰਨ ਵਿਵਸਥਾ ਦੇ ਲੀਹੋਂ ਲੈਣ ਦੇ ਦੋਸ਼ ਜਿਹੜੇ ਲਾਏ ਜਾਂਦੇ ਸੀਗੇ, ਪਰ ਸੱਤਾ ਆਉਣ ਤੋਂ ਬਾਅਦ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਕਾਨੂੰਨ ਵਿਵਸਥਾ ਨੂੰ ਲੀਹ ਦੇ ਉੱਤੇ ਲਿਆ ਕੇ ਲੋਕਾਂ ਦਾ ਕਾਨੂੰਨ ਦੇ ਰਾਜ 'ਚ ਭਰੋਸਾ ਲਿਆਉਣ ਦੇ ਵਿੱਚ ਜਿਹੜੀ ਜੀ ਉਹ ਕਾਮਯਾਬ ਨਹੀਂ ਹੋਈ। ਜਿਹੜੇ ਅੰਕੜੇ ਆ ਜੀ ਉਹ ਇਹ ਦੱਸਦੇ ਆ, ਇੱਕ ਤਾਂ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਕਤਲ, ਅਗਵਾ ਵਰਗੇ ਜਿਹੜੇ ਸੰਗੀਨ ਅਪਰਾਧ ਨੇ ਉਹ ਆਮ ਵਰਤਾਰਾ ਜਿਹੜਾ ਜੀ ਉਹ ਬਣ ਗਿਆ। ਸੀਨੀਅਰ ਪੁਲਿਸ ਅਧਿਕਾਰੀ ਮੰਨਦੇ ਆ ਕਿ ਸਿਆਸੀ ਦਖਲ ਅੰਦਾਜ਼ੀ ਕਰਕੇ ਪੁਲਿਸ ਕਰਮਚਾਰੀਆਂ ਤੇ ਅਫਸਰਾਂ ਦੇ ਵਿੱਚ ਜ਼ਿੰਮੇਵਾਰੀ ਤੇ ਜਵਾਬਦੇਹੀ ਦੀ ਘਾਟ ਜਿਹੜੀ ਹੈ ਜੀ ਉਹ ਰੜਕਣ ਲੱਗੀ ਆ। ਚੋਣਵੇਂ ਸਿਆਸੀ ਕਤਲਾਂ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਗੈਂਗਸਟਰਾਂ ਦੇ ਹੌਸਲੇ ਪਸਤ ਕਰਨ ਦੇ ਵਿੱਚ ਤਾਂ ਮੱਲ ਜਿਹੜੀ ਹੈ ਜੀ ਉਹ ਮਾਰੀ ਆ ਸਰਕਾਰ ਨੇ, ਪਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਜਿਹੜਾ ਜੀ ਸਥਾਪਿਤ ਕਰਨ ਦੇ ਵਿੱਚ ਸਫਲਤਾ ਹਾਸਲ ਜਿਹੜੀ ਉਹ ਨਹੀਂ ਕੀਤੀ ਜਾ ਸਕੀ। ਪੰਜਾਬ ਦੇ ਵਿੱਚ ਇਸ ਸਾਲ ਦੇ ਅੰਕੜਿਆਂ ਦੇ ਤੇ ਜੇ ਵੇਖਿਆ ਜਾਵੇ ਤਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਜੀ ਉਹ ਪੈਦਾ ਕੀਤਾ। ਜਨਵਰੀ ਤੋਂ ਲੈ ਕੇ ਹੁਣ ਤੱਕ 60 ਦੇ ਕਰੀਬ ਵਹੀਕਲ ਖੋਏ ਜਾ ਚੁੱਕੇ ਆ। 125 ਦੇ ਕਰੀਬ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿੱਥੇ ਸੋਨਾ ਜਾਂ ਪੈਸੇ ਦੀ ਖੋਹ ਹੋਈ ਹੈ। ਕਤਲ ਤੇ ਫਰੌਤੀ ਦੀਆਂ ਘਟਨਾਵਾਂ ਆਮ ਚੱਲ ਰਹੀਆਂ ਨੇ। ਪੰਜਾਬ ਦੇ ਵਿੱਚ ਨਸ਼ਿਆਂ ਦੀ ਤਸਕਰੀ ਲਈ ਜ਼ਿੰਮੇਵਾਰ ਮੰਨੇ ਜਾਂਦੇ ਪੁਲਿਸ ਮੁਲਾਜ਼ਮ, ਸਿਆਸਤਦਾਨ ਤਸਕਰਾਂ ਦੇ ਗੱਠਜੋੜ ਨੂੰ ਤੋੜਨ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਜਿਹੜੀ ਹੈ ਜੀ ਉਹ ਰੜਕ ਰਹੀ ਹੈ। ਉਹਨਾਂ ਨੇ 4 ਹਫ਼ਤਿਆਂ 'ਚ ਨਸ਼ੇ ਦੀ ਤਸਕਰੀ ਨੂੰ ਰੋਕਣ ਦੇ ਦਾਅਵੇ ਕੀਤੇ ਸੀਗੇ, ਪਰ ਇਹਨਾਂ ਨੂੰ ਅਮਲੀ ਜਾਮਾ ਜਿਹੜਾ ਜੀ ਉਹ ਨਹੀਂ ਪਹੁੰਚਾਇਆ ਜਾ ਸਕਿਆ। ਬੇਸ਼ੱਕ ਇਹ ਕਿਹਾ ਗਿਆ ਸੀਗਾ ਕਿ ਹੇਠਲੇ ਪੱਧਰ ਦੇ ਜਿਹੜੇ SHO, DSP ਤੇ SP ਰੈਂਕ ਦੇ ਅਫਸਰ ਜਿਹੜੇ ਨੇ ਉਹਨਾਂ ਦੀਆਂ ਤਾਇਨਾਤੀਆਂ ਦਾ ਪਿਛਲੇ 2 ਦਹਾਕਿਆਂ ਦਾ ਰਿਕਾਰਡ ਘੋਖ ਕੇ ਇਸ ਪੱਧਰ ਦੇ ਪੁਲਿਸ ਅਫਸਰਾਂ ਦੇ ਵੱਲੋਂ ਕਾਇਮ ਕੀਤੇ ਕਬਜ਼ਿਆਂ ਨੂੰ ਤੋੜਿਆ ਜਾਵੇ। ਹੁਕਮ ਤਾਂ ਹੋ ਗਿਆ ਪਰ ਇਹਦੇ ਉੱਤੇ ਅਮਲ ਨਹੀਂ ਹੋ ਸਕਿਆ। ਜਿਹੜੀ ਹੋਰ ਗੱਲ ਇੱਕ ਵੱਡੀ ਜਿਹੜੀ ਕਿ ਫਿਕਰਮੰਦੀ ਪੈਦਾ ਕਰਦੀ ਆ, ਇੱਕ ਸੀਨੀਅਰ ਪੁਲਿਸ ਅਧਿਕਾਰੀ ਕਹਿੰਦਾ ਕਿ ਭ੍ਰਿਸ਼ਟਾਚਾਰ ਦੇ ਹਾਲਾਤ ਇਹ ਹੈ ਕਿ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਫਿਰੋਜ਼ਪੁਰ ਦੇ ਵਿੱਚ ਇੰਸਪੈਕਟਰ ਤੇ ਸਬ ਇੰਸਪੈਕਟਰ ਰੈਂਕ ਦੇ ਪੁਲਿਸ ਮੁਲਾਜ਼ਮਾਂ ਨੇ ਵੱਡੀ ਗਿਣਤੀ ਦੇ ਵਿੱਚ, ਜਿਨ੍ਹਾਂ ਦੇ ਅਸਾਸੇ 500 ਕਰੋੜ ਤੋਂ ਜ਼ਿਆਦਾ ਨੇ। ਇੰਨੀ ਪ੍ਰਾਪਰਟੀ ਇਹ ਇੰਸਪੈਕਟਰ ਲੈਵਲ ਦੇ ਆਫੀਸਰ ਬਣਾਈ ਬੈਠੇ ਆ ਜੀ। ਜੀ ਬਿਲਕੁਲ, ਹੇਠਲਿਆਂ ਨੇ ਬਹੁਤਾ ਕੁਝ ਕਰ ਲਿਆ। ਤੇ ਅੱਗੇ ਆਪਾਂ ਰੱਖੜ ਪੁੰਨਿਆ ਤੇ ਹੋਈਆਂ ਕਾਨਫਰੰਸਾਂ ਦੀ ਜੇ ਗੱਲ ਕਰੀਏ ਤਾਂ ਉੱਥੇ ਕਿਸ ਤਰ੍ਹਾਂ ਦੀ ਜ਼ੋਰ ਅਜਮਾਈ ਰਹੀ? ਅਕਸਰ ਜੀ ਇੱਥੇ ਕਿਉਂਕਿ ਲੋਕ ਜਿਹੜੇ ਆ ਜੀ ਉਹ ਧਾਰਮਿਕ ਆਸਥਾ ਕਰਕੇ ਜਿਹੜਾ ਉਹ ਜਾਂਦੇ ਆ, ਪਰ ਇੱਥੇ ਜਿਹੜੇ ਸਿਆਸੀ ਧਿਰਾਂ ਨੇ ਉਹ ਆਪਣੀਆਂ ਸਿਆਸੀ ਸਟੇਜਾਂ ਲਾਉਂਦੀਆਂ ਨੇ ਹਰ ਸਾਲ, ਔਰ ਉਹਨਾਂ ਸਟੇਜਾਂ ਦੇ ਉੱਤੇ ਇਸ ਦਿਨ ਦੀ ਗੱਲ, ਇਸ ਦਿਨ ਦੀ ਮਹੱਤਤਾ ਦੀ ਗੱਲ ਬਹੁਤ ਘੱਟ ਹੁੰਦੀ ਆ। ਅਕਸਰ ਜਿਵੇਂ ਹੁੰਦਾ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਹੋਇਆ। ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਬਾਬਾ ਬਕਾਲਾ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜਾ ਸੀਗਾ ਜੀ ਉਹ ਆਪੋ ਆਪਣੀਆਂ ਪ੍ਰੈਸ ਕਾਨਫਰੰਸਾਂ, ਮਾਫ਼ ਕਰਨਾ, ਜਿਹੜੀਆਂ ਇੱਥੇ ਕਾਨਫਰੰਸਾਂ ਸੀਗੀਆਂ ਜੀ ਉਹ ਕੀਤੀਆਂ। ਮੇਨ ਜਿਹੜੀਆਂ ਸੀਗੀਆਂ ਜੀ ਉਹ 3 ਕਾਨਫਰੰਸਾਂ ਹੋਈਆਂ, ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ ਤੇ ਅਕਾਲੀ ਦਲ ਦੀ। ਕਾਂਗਰਸ ਦੀ ਜਿਹੜੀ ਕਾਨਫਰੰਸ ਸੀ ਉਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜਪੁਰੀ ਉਹਨਾਂ ਨੇ ਮੇਨ ਜਿਹੜੀ ਜੀ ਕਮਾਂਡ ਸੰਭਾਲੀ। ਸੁਨੀਲ ਜਾਖੜ ਤੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹਨਾਂ ਦੋਨਾਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਉੱਤੇ ਬੋਲਦਾ ਹੈ ਕਿ ਅਕਾਲੀਆਂ ਦੇ ਝੂਠ ਦੇ ਪੋਲ ਜਿਹੜੀ ਹੈ ਜੀ ਇਹ ਬਹਿਬਲ ਕਾਂਡ ਸੰਬੰਧੀ ਰਿਪੋਰਟ ਖੁੱਲੂਗੀ। ਉਹਨਾਂ ਨੇ ਕਿਹਾ ਕਿ 17 ਮਹੀਨਿਆਂ ਦੇ ਵਿੱਚ ਰਿਪੋਰਟ ਪ੍ਰਾਪਤ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਜੀ ਉਹ ਕਰ ਦਿੱਤਾ। ਜਿੱਥੇ ਇੱਥੇ ਹਮਲਾ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਦੇ ਉੱਤੇ ਔਰ ਬਾਦਲ ਪਰਿਵਾਰ ਦੇ ਉੱਤੇ ਖਾਸ ਤੌਰ ਦੇ ਉੱਤੇ ਰਿਹਾ। ਆਮ ਆਦਮੀ ਪਾਰਟੀ ਦੀ ਜਿਹੜੀ ਕਾਨਫਰੰਸ ਸੀਗੀ ਇਹਦੇ ਵਿੱਚ ਉਹ ਬਾਗੀ ਧੜਾ ਜਿਹੜਾ ਸੀਗਾ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲਾ ਗਾਇਬ ਰਿਹਾ ਤੇ ਪਿੱਛੇ ਲੱਗਾ ਜਿਹੜਾ ਵੱਡਾ ਪੋਸਟਰ ਸੀਗਾ ਉਹਦੇ ਵਿੱਚੋਂ ਵੀ ਇਹ MLA ਜਿਹੜੇ ਸੀ ਉਹ ਗਾਇਬ ਰਹੇ ਜੀ। ਇੱਥੇ ਜਿਹੜੀ ਕਮਾਂਡ ਸੀ ਉਹ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਅਤੇ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਜਿਹੜੀ ਸੀ ਉਹ ਸੰਭਾਲੀ। ਇਹਦੇ ਵਿੱਚ ਦੋਏ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਜਿਹੜੇ ਸੀਗੇ ਜੀ ਉਹ ਰਗੜੇ ਲਾਏ ਗਏ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਸੀਗੇ ਜੀ ਉਹ ਨਿਸ਼ਾਨੇ ਦੇ ਉੱਤੇ ਰਹੇ ਇਹਨਾਂ ਆਗੂਆਂ ਦੇ, ਜਿਹੜੇ ਕਿ ਜਿਨ੍ਹਾਂ ਨੇ ਕਿ ਬਾਗੀ ਹੋ ਕੇ ਪਿਛਲੇ ਦਿਨਾਂ ਤੋਂ ਜਿਹੜੀਆਂ ਆਪਣੀਆਂ ਵੱਖਰੀਆਂ ਸਰਗਰਮੀਆਂ
ਵਿੱਢੀਆਂ ਹੋਈਆਂ ਨੇ। ਤੀਜੀ ਜਿਹੜੀ ਕਾਨਫਰੰਸ ਸੀ ਉਹ ਅਕਾਲੀ ਦਲ ਦੀ ਸੀ। ਅਕਾਲੀ ਦਲ ਦੇ ਵਿੱਚ ਜਿਹੜਾ ਸੀਗਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਜਿਹੜੀ ਕਮਾਂਡ ਸੀ ਉਹ ਸੰਭਾਲੀ। ਇਹਦੇ ਨਾਲ ਨਾਲ ਉਹਨਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਜਿਹੜੇ ਸੀਗੇ ਜੀ ਉਹ ਰਹੇ। ਇੱਥੇ ਵੀ ਰਣਜੀਤ ਸਿੰਘ ਕਮਿਸ਼ਨ ਹੋਰਾਂ ਦੀ ਰਿਪੋਰਟ ਦੀ ਚਰਚਾ ਜਿਹੜੀ ਸੀ ਉਹ ਕੇਂਦਰ ਬਿੰਦੂ ਬਣੀ ਰਹੀ। ਕਾਂਗਰਸ ਦੇ ਉੱਤੇ ਜਿਹੜੇ ਸੀ ਉਹ ਹਮਲੇ ਕੀਤੇ ਗਏ, ਬਾਰ-ਬਾਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਹਮਲੇ ਕੀਤੇ ਗਏ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਪਿਤਾ ਦੇ ਉੱਤੇ ਹਮਲੇ ਜਿਹੜੇ ਸੀਗੇ ਜੀ ਉਹ ਬਾਰ-ਬਾਰ ਕੀਤੇ ਗਏ। ਇੱਕ ਵਾਰੀ ਫੇਰ ਜਸਟਿਸ ਰਣਜੀਤ ਸਿੰਘ ਹੁਰੀ ਵੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਰਹੇ। ਉਹਨਾਂ ਨੂੰ ਇਨਜਸਟਿਸ ਕਹਿ ਕੇ ਸੰਬੋਧਨ ਕਰਨਾ ਜਾਂ ਉਹਨਾਂ ਦਾ ਨਾਮ ਜਿਹੜਾ ਸੀ ਉਹ ਤੋੜ ਮਰੋੜ ਕੇ ਪੇਸ਼ ਅਕਾਲੀ ਦਲ ਦੀ ਇਸ ਸਟੇਜ ਤੋਂ ਕੀਤਾ ਗਿਆ ਜੀ। ਤੇ ਅੱਗੇ CBI ਦੀ ਗੱਲ ਕਰਦੇ ਆ। ਉਹਨਾਂ ਨੇ ਕਿਹਾ ਕਿ ਗੌਰੀ ਸ਼ੰਕਰ ਤੇ ਦਬਾਲਕਰ ਦਾ ਜਿਹੜੇ ਕਤਲ ਹੋਇਆ ਉਹਨਾਂ ਦਾ ਲਿੰਕ ਆਪਸ ਵਿੱਚ ਮਿਲਦਾ। ਬਿਲਕੁਲ ਜੀ, ਇਹ ਦੇਖਿਆ ਜਾਵੇ ਤਾਂ ਬਹੁਤ ਅਹਿਮ ਜਿਹੜਾ ਵੀ ਤੁਸੀਂ ਕਹਿ ਸਕਦੇ ਹੋ CBI ਜਿਹੜੀ ਕਿ ਜਾਂਚ ਇਸ ਮਾਮਲੇ ਦੇ ਉੱਤੇ ਕਰ ਰਹੀ ਹੈ। ਇਹ ਵੱਖਰੇ ਵਿਚਾਰਾਂ ਦੇ ਕਰਕੇ ਹੋਏ ਇਹ ਕਤਲ ਜਿਹੜੇ ਸੀਗੇ ਜੀ। ਔਰ CBI ਨੇ ਅਦਾਲਤ ਦੇ ਵਿੱਚ ਦਾਅਵਾ ਕੀਤਾ ਕਿ ਪੱਤਰਕਾਰ ਗੌਰੀ ਲੰਕੇਸ਼ ਤੇ ਤਰਕਸ਼ੀਲ ਨਰਿੰਦਰ ਦਾਬੋਲਕਰ ਦੀਆਂ ਹੱਤਿਆਵਾਂ ਜਿਹੜੀਆਂ ਸੀਗੀਆਂ ਉਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। CBI ਨੇ ਦਾਬੋਲਕਰ ਹੱਤਿਆ ਮਾਮਲੇ ਦੇ ਵਿੱਚ ਇੱਕ ਕਥਿਤ ਸ਼ੂਟਰ ਸਚਿਨ ਅੰਡੂਰੇ ਦੀ ਹਿਰਾਸਤ ਦੇ ਵਿੱਚ ਵਾਧੇ ਦੀ ਮੰਗ ਕੀਤੀ। ਅਦਾਲਤ ਨੂੰ ਦੱਸਿਆ ਕਿ ਗੌਰੀ ਲੰਕੇਸ਼ ਹੱਤਿਆ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੇ ਉਹਨੂੰ ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ 3 ਕਾਰਤੂਸ ਦਿੱਤੇ। ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਸੀਗੇ ਜੀ ਉਹਨਾਂ ਨੇ ਅੰਡੂਰੇ ਦੀ CBI ਹਿਰਾਸਤ 30 ਅਗਸਤ ਤੱਕ ਵਧਾ ਦਿੱਤੀ। ਉਹਨੇ ਆਧਾਰਿਤ ਤਰਕਸ਼ੀਲ ਆਗੂ ਦਬੋਲਕਰ ਦੀ 13 ਦੇ ਵਿੱਚ ਸੈਰ ਦੇ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਗੌਰੀ ਲੰਕੇਸ਼ ਨੂੰ ਸਤੰਬਰ ਦੇ ਵਿੱਚ ਬੰਗਲੌਰ ਦੇ ਸਥਿਤ ਉਹਨਾਂ ਦੇ ਘਰ ਦੇ ਮੂਹਰੇ ਗੋਲੀ ਮਾਰੀ ਗਈ ਸੀਗੀ। CBI ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਦਬੋਲਕਰ ਹੱਤਿਆ ਮਾਮਲੇ ਦੇ ਵਿੱਚ ਇੱਕ ਹੋਰ ਕਥਿਤ ਸ਼ੂਟਰ ਸ਼ਰਦ ਕਲਾਸਕਰ ਦੀ ਹਿਰਾਸਤ ਜਿਹੜੀ ਹੈ ਜੀ ਉਹ ਚਾਹੁੰਦੀ ਹੈ। ਕਲਾਸਕਰ ਨੂੰ ਮਹਾਰਾਸ਼ਟਰ ਅੱਤਵਾਦੀ ਵਿਰੋਧੀ ਸ਼ਿਕਾਇਤ ਜਿਹੜਾ ਜੀ ਉਹਨੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੇਸੀ ਬੰਬ ਤੇ ਬੰਦੂਕਾਂ ਫੜੇ ਜਾਣ ਦੇ ਮਾਮਲੇ ਦੇ ਵਿੱਚ 4 ਹੋਰਾਂ ਦੇ ਨਾਲ ਗ੍ਰਿਫਤਾਰ ਕੀਤਾ ਸੀਗਾ। ਔਰ ਇਹ ਕਿਹਾ ਗਿਆ ਸੀ ਕਿ ਕਲਾਸਕਰ ਹਾਲ ਦੀ ਘੜੀ ਜਿਹੜਾ ਨਾਲਾ ਸਪੋਰਾ ਦੇ ਵਿੱਚ ਧਮਾਕਾ ਖੇਜ ਦੇ ਮਾਮਲੇ ਦੇ ਵਿੱਚ ATS ਦੀ ਹਿਰਾਸਤ ਦੇ ਵਿੱਚ ਹੈ। CBI ਦਬੋਲਕਰ ਮਾਮਲੇ ਦੇ ਵਿੱਚ ਉਹਦੀ ਹਿਰਾਸਤ ਦੀ ਮੰਗ ਜਿਹੜੀ ਦੀ ਉਹ ਕਰ ਰਹੀ ਹੈ, ਕਿਉਂਕਿ ਉਹ ਉਹਨੂੰ ਅੰਡੂਰੇ ਤੋਂ ਇਕੱਠੇ ਬਿਠਾ ਕੇ ਜਿਹੜਾ ਜੀ ਉਹ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਹ ਵੀ ਨਾਲ ਹੀ ਕਿਹਾ ਗਿਆ ਕਿ CBI ਲੰਕੇਸ਼ ਹੱਤਿਆ, ਗੌਰੀ ਲੰਕੇਸ਼ ਹੱਤਿਆ ਮਾਮਲੇ ਦੇ ਵਿੱਚ ਕਰਨਾਟਕ ਦੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਵੀ ਹਿਰਾਸਤ ਜਿਹੜੀ ਹੈ ਚਾਹੁੰਦੀ ਹੈ, ਕਿਉਂਕਿ ਮੁਲਜ਼ਮ ਦਬੋਲਕਰ ਮਾਮਲੇ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਅੰਡੂਰੇ ਦੇ ਨਾਲ ਜਿਹੜੇ ਵੀ ਉਹ ਸਿੱਧੇ ਸੰਬੰਧ ਦੱਸੇ ਗਏ ਜੀ। ਤੇ ਅੱਗੇ ਕਰਦੇ ਆ ਜੀ, ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਰਿਪੋਰਟ ਆਈ ਆ, ਨੌਜਵਾਨ ਨਸ਼ਾ ਛੱਡਣ ਜਾਂਦੇ ਪਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। NDPS ਦੇ ਬਾਰੇ ਦੇ ਵਿੱਚ ਜਿਹੜੀ ਇੱਕ ਵਿਸਥਾਰਤ ਜਿਹੜੀ ਜਾਂਚ ਆਈ ਹੈ ਜੀ, ਅਧਿਐਨ ਹੈ ਇਹ ਕਈ ਕੁਝ ਜਿਹੜਾ ਜੀ ਉਹ ਨਵੇਂ ਤੱਥ ਕੁਝ ਜਿਹੜੇ ਆ ਜੀ ਉਹ ਖੋਲ ਰਹੀ ਹੈ। ਇੱਕ ਤਾਂ ਇਹ ਕਹਿੰਦੀ ਹੈ ਜੀ ਕਿ ਬਹੁਤਾ ਕੰਟਰੋਲ ਜਿਹੜਾ ਜੀ ਉਹ ਨਹੀਂ ਹੋਇਆ ਔਰ ਪੰਜਾਬ ਦੀਆਂ ਅਦਾਲਤਾਂ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਮੁੜ ਕੇ ਵਸੇਵਾ ਕੇਂਦਰਾਂ ਦੇ ਵਿੱਚ ਭੇਜਣ ਦੀ ਥਾਂ ਦੇ ਉੱਤੇ ਸਿੱਧੇ ਜੇਲ੍ਹਾਂ ਦੇ ਵਿੱਚ ਜਿਹੜਾ ਦੀ ਭੇਜ ਰਹੀਆਂ ਨੇ, ਜਦੋਂ ਕਿ ਕਾਨੂੰਨ ਤਹਿਤ ਏਦਾਂ ਦੇ ਲੋਕਾਂ ਨੂੰ ਮੁੜ ਵਸੇਵਾ ਕੇਂਦਰਾਂ ਦੇ ਵਿੱਚ ਭੇਜਣ ਦੀ ਤਜਵੀਜ਼ ਹੈ। ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਮੁਕੁਲ ਮੁਦਗਲ ਤੇ ਸਾਬਕਾ ਵਧੀਕ ਸਾਲਿਸਿਟਰ ਜਨਰਲ KV ਵਿਸ਼ਵਨਾਥਨ ਦੀ ਹਾਜ਼ਰੀ ਦੇ ਵਿੱਚ ਜਾਰੀ ਕੀਤੀ ਇਹ ਜਿਹੜੀ ਇੱਕ ਜਿਹੜੀ ਅਧਿਐਨ ਰਿਪੋਰਟ ਹੈ, ਇਹ ਕਹਿੰਦੀ ਹੈ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਮੁੜ ਵਸੇਵਾ ਕੇਂਦਰ ਭੇਜਣ ਦੀ ਥਾਂ ਦੇ ਉੱਤੇ ਜੇਲ੍ਹ ਭੇਜਣ ਨਾਲ ਉਹ ਤਸਕਰ ਬਣ ਜਾਂਦੇ ਆ। ਰਿਪੋਰਟ 'ਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਜੀ ਕਿ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੀ ਥਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ। ਥਿੰਕ ਟੈਂਕ ਵਿਧੀ ਸੈਂਟਰ ਫਾਰ ਲੀਗਲ ਪਾਲਿਸੀ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ NDPS ਐਕਟ ਨਸ਼ਾ ਪੀੜਤਾਂ ਨੂੰ ਮੁੜ ਵਸੇਵਾ ਕੇਂਦਰ ਭੇਜਣ ਦੀ ਤਜਵੀਜ਼ ਦੇ ਬਾਵਜੂਦ ਪੰਜਾਬ 'ਚ ਅਦਾਲਤਾਂ ਦੇ ਵੱਲੋਂ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਜਾ ਰਿਹਾ। NDPS ਐਕਟ ਦੇ ਤਹਿਤ 39 ਤੇ 64A ਦੇ ਅਨੁਸਾਰ ਨਸ਼ਿਆਂ ਦੀ ਬਹੁਤ ਥੋੜੀ ਜਿਹੀ ਮਾਤਰਾ ਦੇ ਨਾਲ ਫੜੇ ਗਏ ਬੰਦਿਆਂ ਨੂੰ ਜੇਲ੍ਹ ਦੀ ਥਾਂ ਸਰਕਾਰ ਦੇ ਵੱਲੋਂ ਮਨਜ਼ੂਰਸ਼ੁਦਾ ਨਸ਼ਾ ਛਡਾਊ ਕੇਂਦਰ ਭੇਜਣ ਦੀ ਮੱਦ ਹੈ। ਔਰ ਇਸ ਅਧਿਐਨ ਦੇ ਦੌਰਾਨ ਇਹ ਗੱਲ ਜਿਹੜੀ ਦੀ ਸਾਹਮਣੇ ਆਈ ਹੈ ਕਿ ਸਾਲ 13 ਤੋਂ 15 ਦੇ ਦਰਮਿਆਨ ਨਸ਼ਿਆਂ ਦੇ ਦੋਸ਼ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਕਿਸੇ ਬੰਦੇ ਨੂੰ ਨਸ਼ਾ ਛਡਾਊ ਜਾਂ ਮੁੜ ਵਸੇਵਾ ਕੇਂਦਰ ਭੇਜਣ ਦੇ ਨਿਰਦੇਸ਼ ਜਾਰੀ ਹੀ ਨਹੀਂ ਕੀਤੇ ਗਏ। ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਕਾਨੂੰਨੀ ਪੇਸ਼ੇਵਰਾਂ ਤੇ ਜੱਜਾਂ ਨੂੰ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਮੁੜ ਵਸੇਵਾ ਕੇਂਦਰ ਭੇਜੇ ਜਾਣ ਵਰਗੀ ਕਿਸੇ ਵੀ ਮੱਦ ਬਾਰੇ ਜਾਣਕਾਰੀ ਹੀ ਨਹੀਂ ਹੈ। ਨਸ਼ਿਆਂ ਦੇ ਸ਼ਿਕਾਰ ਲੋਕਾਂ ਲਈ ਪੰਜਾਬ 'ਚ 11 ਏਦਾਂ ਦੇ ਵਸੇਵਾ ਕੇਂਦਰ ਬਣਾਏ ਗਏ ਆ, ਜਦੋਂ ਕਿ ਮਹਾਰਾਸ਼ਟਰ ਦੇ ਵਿੱਚ 59, ਕਰਨਾਟਕ 'ਚ 34, ਉੜੀਸਾ ਦੇ ਵਿੱਚ 33 ਇਸ ਤਰ੍ਹਾਂ ਦੇ ਜਿਹੜੇ ਹੈ ਜੀ ਉਹ ਕੇਂਦਰ ਹੈ।
ਜਸਟਿਸ ਮੁਦਗਲ ਨੇ ਕਿਹਾ ਜੀ ਕਿ ਲੰਮਾ ਸਮਾਂ ਜੇਲ੍ਹਾਂ ਦੇ ਅੰਦਰ ਗੰਭੀਰ ਅਪਰਾਧੀਆਂ ਦੇ ਨਾਲ ਰਹਿਣ ਤੋਂ ਪਿੱਛੋਂ ਇਹ ਨਸ਼ਾ ਪੀੜਤ ਵੀ ਉਹਨਾਂ ਵਰਗੇ ਅਪਰਾਧੀ ਜਿਹੜੇ ਆ ਜੀ ਉਹ ਬਣ ਜਾਂਦੇ ਆ। ਕਈ ਪਿੱਛੋਂ ਤਾਂ ਇਹ ਬੜੇ ਜਿਹੜੇ ਦੀ ਰੌਂਗਟੇ ਖੜੇ ਕਰਨ ਵਾਲੀ ਰਿਪੋਰਟ ਹੈ, ਜਿਹੜੀ ਕਿ ਇੱਕ ਬਿਲਕੁਲ ਡਿਫਰੈਂਟ ਪੱਖ ਜਿਹੜਾ ਜੀ ਉਹ ਪੇਸ਼ ਕਰ ਰਹੀ ਹੈ ਇੱਥੋਂ ਦੇ ਢਾਂਚੇ ਦਾ, ਖਾਸ ਤੌਰ ਦੇ ਉੱਤੇ ਔਰ ਅਦਾਲਤਾਂ ਦੇ। ਤੇ ਅੱਗੇ ਆਪਾਂ ਇੱਕ ਵਿਰਾਸਤੀ ਕਲੱਬ ਦੀ ਗੱਲ ਕਰੀਏ, ਅੱਜ ਆਰਕੇ ਸਟੂਡੀਓ ਵਿਕਣ ਜਾ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਆਰਕੇ ਸਟੂਡੀਓ ਇਤਿਹਾਸਕ ਕਿਹਾ ਜਾ ਸਕਦਾ ਜੀ, ਜਿੱਥੇ ਰਾਜ ਕਪੂਰ ਹੋਰਾਂ ਦੇ ਬੈਨਰ ਦੇ ਹੇਠ ਬਣੀਆਂ ਫਿਲਮਾਂ ਆਗ, ਬਰਸਾਤ, ਅਵਾਰਾ, श्री 420, जिस देश में गंगा बहती है, मेरा नाम जोकर, बॉबी, सत्यम शिवम सुंदरम, राम तेरी गंगा मैली, ਇਹਨਾਂ ਦੀ ਬਹੁਤੀ ਸ਼ੂਟਿੰਗ ਇਸੇ ਸਟੂਡੀਓ ਦੇ ਵਿੱਚ ਜਿਹੜੀ ਹੈ ਜੀ ਉਹ ਹੋਈ ਸੀਗੀ। ਆਰਕੇ ਬੈਨਰ ਦੇ ਹੇਠ ਰਿਸ਼ੀ ਕਪੂਰ ਦੀ ਡਾਇਰੈਕਟ ਕੀਤੀ ਹੋਈ ਫਿਲਮ ਆ ਅਬ ਲੌਟ ਚਲੇ ਇਸ ਸਟੂਡੀਓ ਦੇ ਵਿੱਚ ਫਿਲਮ ਆਖਰੀ ਫਿਲਮ ਸੀਗੀ ਜੀ। 70 ਸਾਲ ਪੁਰਾਣਾ ਇਹ ਆਰਕੇ ਸਟੂਡੀਓ ਜਿਹੜਾ ਜੀ ਹੁਣ ਕਪੂਰ ਪਰਿਵਾਰ ਨੇ ਇਹਨੂੰ ਵੇਚਣ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ। 2017 ਦੇ ਵਿੱਚ ਇੱਥੇ ਅੱਗ ਲੱਗ ਗਈ ਸੀਗੀ, ਇਹਦੇ ਨਾਲ ਬਰਬਾਦ ਹੋ ਗਿਆ ਇਹ ਸਟੂਡੀਓ। ਇਹਦੀ ਮੁੜ ਕੇ ਉਸਾਰੀ ਕਰਕੇ ਇਹਨੂੰ ਚਲਾ ਪਾਉਣਾ ਉਹਨਾਂ ਨੂੰ ਲੱਗਦਾ ਕਿ ਹੁਣ ਫਾਇਦੇ ਦਾ ਸੌਦਾ ਜਿਹੜਾ ਵੀ ਨਹੀਂ ਗਾ, ਜਿਹਦੇ ਕਰਕੇ ਇਹਨੂੰ ਵੇਚਣ ਦਾ ਫੈਸਲਾ ਕੀਤਾ ਗਿਆ। ਕਿਉਂਕਿ ਕਪੂਰ ਪਰਿਵਾਰ ਜਦੋਂ ਵੰਡਿਆ ਨਹੀਂ ਸੀਗਾ ਮੁਲਕ ਅਜੇ ਜੀ, 47 ਦੇ ਵਿੱਚ ਜਦੋਂ ਵੰਡ ਹੋਈ ਆ, ਇਹ ਜਿਹੜਾ ਪਾਕਿਸਤਾਨ ਬਾਅਦ 'ਚ ਬਣ ਗਿਆ ਸੀ, ਉੱਧਰੋਂ ਆ ਕੇ ਇੱਥੇ ਜਿਹੜਾ ਜੀ ਵਸਿਆ ਸੀਗਾ ਔਰ 1948 ਦੇ ਵਿੱਚ ਮੁੰਬਈ ਦੇ ਚੈਂਬੂਰ ਇਲਾਕੇ ਦੇ ਵਿੱਚ ਇਹਨੂੰ ਬਣਾਇਆ ਸੀਗਾ ਰਾਜ ਕਪੂਰ ਹੋਰਾਂ ਨੇ। ਔਰ ਜਿਹੜੀ 16 ਸਤੰਬਰ ਨੂੰ ਅੱਗ ਲੱਗੀ ਪਿਛਲੇ ਸਾਲ, ਉਹਨੇ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਜੀ ਉਹ ਕੀਤਾ। ਇਸੇ ਡਾਂਸ ਸ਼ੋਅ ਦੀ ਜਿਹੜੀ ਇਹਦੀ ਇੱਥੇ ਸ਼ੂਟਿੰਗ ਉਸ ਵੇਲੇ ਚੱਲ ਰਹੀ ਸੀ। ਇਹ ਕਿਹਾ ਜਾ ਰਿਹਾ ਜੀ ਕਿ ਰਾਜ ਕਪੂਰ ਦੇ ਬੇਟੇ ਰਿਸ਼ੀ ਕਪੂਰ ਨੇ ਇਹਨੂੰ ਮੁੜ ਕੇ ਇਹਦੀ ਕੰਸਟਰਕਸ਼ਨ ਕਰਨ ਦੀ ਇੱਛਾ ਪ੍ਰਗਟਾਈ ਸੀ, ਪਰ ਉਹਦੇ ਭਰਾ ਨੇ ਜਿਹੜਾ ਜੀ ਇਹਦੇ 'ਚ ਸਾਥ ਨਹੀਂ ਦਿੱਤਾ, ਜਿਹਦੇ ਕਰਕੇ ਇਸ ਪਰਿਵਾਰ ਨੇ ਹੁਣ ਇਸ ਸਟੂਡੀਓ ਨੂੰ ਵੇਚਣ ਦਾ ਜਿਹੜਾ ਜੀ ਉਹ ਮਨ ਬਣਾਇਆ। ਦੇਖਣਾ ਇਹੀ ਹੋਊਗਾ ਜੀ ਕਿ ਇਹ ਆਰਕੇ ਸਟੂਡੀਓ ਜਿਹੜਾ ਜੀ ਇਹਨੂੰ ਵੇਚਿਆ ਜਾਂਦਾ, ਕਿਉਂਕਿ ਇਹਦੇ ਪਲੈਨਿੰਗ ਹੋ ਚੁੱਕੀ ਆ। ਮੁੜ ਕੇ ਉਹ ਇਹਨੂੰ ਕੀ ਕਰਦਾ, ਸਟੂਡੀਓ ਦੇ ਤੌਰ ਦੇ ਉੱਤੇ ਜਿਹੜਾ ਜੀ ਬਣਾਉਂਦਾ, ਇਹ ਨਾਮ ਜਿਹੜਾ ਜੀ ਉਹ ਰੱਖਦਾ, ਇਹ ਨਾਮ ਬਦਲ ਜਾਂਦਾ, ਜਾਂ ਓਵਰਆਲ ਇਹਨੂੰ ਢਾਹ ਕੇ ਇੱਥੇ ਕੋਈ ਹੋਰ ਬਿਲਡਿੰਗ ਜਿਹੜੀ ਉਹ ਉਸਰ ਜਾਂਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।